ਪਹਿਲੇ ਜਿਹੜੇ ਸਪੀਕਰ ਹੈਗੇ ਆ ਇਸ ਪ੍ਰੋਗਰਾਮ ਦੇ ਵਿੱਚ ਜੋ ਕਾਇਦੇ ਨੂਰ ਦੇ ਪਸਾਰ ਦੇ ਬਾਰੇ ਚ ਗੱਲ ਕਰਨਗੇ, ਇਹਦੇ ਫਾਇਦਿਆਂ ਦੇ ਬਾਰੇ ਚ ਗੱਲ ਕਰਨਗੇ, ਉਹਨੇ ਅੰਜੂ ਅਮਨਦੀਪ ਗਰੋਵਰ ਜੀ, ਜੋ ਕਿ ਹਰਿਆਣਾ ਤੋਂ ਨੇ ਔਰ ਜੋ ਇੱਕ ਅਧਿਆਪਕ ਵਜੋਂ ਕੰਮ ਕਰ ਰਹੇ ਨੇ। ਇਹਦੇ ਤੋਂ ਬਿਨਾਂ ਉਹ ਇੱਕ ਕਵਿਤਰੀ ਵੀ ਨੇ ਤੇ ਇੱਕ ਲੇਖਕਾ ਵੀ ਨੇ, ਤੇ ਉਹ ਇਸ ਦੇ ਨਾਲ ਨਾਲ ਇੱਕ ਸੰਚਾਲਕ ਵੀ ਨੇ। ਸੋ ਮੈਂ ਬੇਨਤੀ ਕਰਦੀ ਹਾਂ ਅੰਜੂ ਅਮਨਦੀਪ ਗਰੋਵਰ ਜੀ ਨੂੰ ਕਿ ਉਹ ਆਪਣੇ ਵਿਚਾਰ ਅੱਜ ਦੇ ਵਿਸ਼ੇ ਦੇ ਬਾਰੇ ਚ ਸਾਡੇ ਨਾਲ ਸਾਂਝੇ ਕਰਦੀ ਹਾਂ। ਪ੍ਰਧਾਨ ਸਰਦਾਰ ਦਲਬੀਰ ਸਿੰਘ ਕਥੂਰੀਆ ਜੀ ਦਾ, ਚੇਅਰਮੈਨ ਸਰਦਾਰ ਅਜੈਬ ਸਿੰਘ ਚੱਠਾ ਜੀ ਦਾ, ਤੇ ਬਹੁਤ ਜਿਹੜਾ ਵੈਲਕਮ ਕਰਦੀ ਹਾਂ ਸਾਡੇ ਅੱਜ ਦੇ ਸਪੈਸ਼ਲ ਚੀਫ ਗੈਸਟ ਡਾਕਟਰ ਵਰਮਿੰਦਰ ਕੌਰ ਜੀ ਦਾ, ਡਾਕਟਰ ਰਮਨੀ ਬਤਰਾ ਜੀ, ਐਂਡ ਥੈਂਕ ਯੂ ਸੋ ਮਚ ਅਰਵਿੰਦ ਮੈਮ ਮੈਨੂੰ ਇਹ ਮੌਕਾ ਦੇਣ ਲਈ। ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਸਲਾਮ। ਮੈਂ ਫਟਾਫਟ 1 ਮਿੰਟ ਚ ਜਿਹੜਾ ਹੈ ਪੁਰਾਣਾ ਰਿਵਿਊ ਥੋੜਾ ਜਿਹਾ ਕਰਨ ਜਾ ਰਹੀ ਹਾਂ। ਕਾਇਦੇ ਨੂਰ ਨੂੰ ਪੜ੍ਹੀਏ ਪੜ੍ਹਾਈਏ, ਗਿਆਨ ਦਾ ਘਰ ਘਰ ਦੀਪ ਜਗਾਈਏ। ਜਿੱਥੇ ਅਸੀਂ ਜਾਣਦੇ ਹਾਂ ਕਿ ਇਹ ਪ੍ਰਮੁੱਖ ਅੱਜ ਦੇ ਅਜੋਕੇ ਦੌਰ ਦੀ ਪ੍ਰਮੁੱਖ ਲੋੜ ਤੇ ਮੰਗ ਹੈ, ਸਮੇਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਸਰਦਾਰ ਅਜੈਬ ਸਿੰਘ ਚੱਠਾ ਜੀ ਤੇ ਉਹਨਾਂ ਦੀ ਟੀਮ ਵੱਲੋਂ ਬਹੁਤ ਹੀ ਖੂਬਸੂਰਤ, ਲਾਭਦਾਇਕ ਤੇ ਪ੍ਰੇਰਨਾ ਭਰਪੂਰ ਕਾਇਦੇ ਨੂਰ ਤਿਆਰ ਕੀਤਾ ਗਿਆ। ਇਹ ਮਾਨਵਤਾ, ਪੂਰੀ ਮਾਨਵਤਾ ਲਈ ਗਿਆਨ ਦੇ ਅੰਬਰ ਵਿੱਚ ਧਰੁਵ ਤਾਰਾ ਬਣ ਕੇ ਚਮਕੇਗਾ। 4 ਭਾਸ਼ਾਵਾਂ ਦਾ ਸੁਮੇਲ ਹੈ। ਅਸੀਂ ਸਭ ਨੇ ਦੇਖਿਆ ਕਿ ਸਾਡੀ ਮਾਂ ਬੋਲੀ ਪੰਜਾਬੀ, ਹਿੰਦੀ ਭਾਸ਼ਾ, ਲਹਿੰਦੇ ਤੇ ਚੜ੍ਹਦੇ ਪੰਜਾਬ ਦੀ, ਸਾਡੇ ਵਡੇਰਿਆਂ ਦੀ ਭਾਸ਼ਾ, ਜਾਂ ਕਹੋ ਸਾਡੇ ਸੂਫੀ ਸੰਤਾਂ ਦੀ ਭਾਸ਼ਾ ਸ਼ਾਹਮੁਖੀ, ਤੇ ਅੰਤਰਰਾਸ਼ਟਰੀ ਭਾਸ਼ਾ ਅੰਗਰੇਜ਼ੀ ਹੈ। ਜਿੱਥੇ ਹੁਣ ਅਸੀਂ ਇਹ ਕਹਿ ਰਹੇ ਹਾਂ, ਉੱਥੇ ਅਸੀਂ ਕਹਾਵਤ ਮੁਹਾਵਰਾ ਸੁਣਦੇ ਆ, ਇੱਕ ਪੰਥ ਦੋ ਕਾਜ। ਪਰ ਇਹ ਜਿਹੜਾ ਕਾਇਦਾ ਨੂਰ ਹੈ, ਇਹ ਨਵਾਂ ਮੁਹਾਵਰੇ ਦੀ ਸਿਰਜਣਾ ਕਰਨ ਜਾ ਰਿਹਾ ਹੈ, ਇੱਕ ਪੰਥ ਅਨੇਕ ਕਾਜ। ਕਿਉਂਕਿ ਚਾਰੋਂ ਭਾਸ਼ਾਵਾਂ ਦੇ ਵਿਕਾਸ ਦੇ ਨਾਲ ਨਾਲ ਅਸੀਂ ਖੁਦ ਬਹੁਭਾਸ਼ੀ ਜਿਹੜਾ ਹੈ ਗਿਆਨ ਦੇ ਧਨੀ ਬਣ ਸਕ ਰਹੇ ਹਾਂ। ਕਾਇਦੇ ਨੂਰ ਦੀ ਜ਼ਰੂਰਤ ਇਸ ਲਈ ਵੀ ਹੈ ਕਿਉਂਕਿ ਅਸੀਂ ਦੇਖਦੇ ਹਾਂ ਕਿ ਅਜੋਕੇ ਦੌਰ ਵਿੱਚ ਜਿਹੜਾ ਹੈ ਸਾਡੇ ਬੱਚੇ ਸਕੂਲ ਜਾਂਦੇ ਨੇ, ਉਹ ਹਿੰਦੀ ਇੰਗਲਿਸ਼ ਸਿੱਖ ਲੈਂਦੇ ਨੇ, ਪਰ ਕਿਤੇ ਨਾ ਕਿਤੇ ਉਹ ਬੱਚੇ ਆਪਣੇ ਵਿਰਸੇ, ਆਪਣੇ ਸੱਭਿਆਚਾਰ, ਆਪਣੇ ਵੱਡੇ ਵਡੇਰਿਆਂ ਤੋਂ ਦੂਰ ਰਹਿ ਰਹੇ ਨੇ, ਆਪਣੀ ਜੜ੍ਹਾਂ ਤੋਂ ਦੂਰ ਰਹਿ ਰਹੇ ਨੇ। ਅੱਜ ਸਾਨੂੰ ਜ਼ਰੂਰਤ ਹੈ ਆਪਣੇ ਬੱਚਿਆਂ ਨੂੰ ਉਸ ਵਿਰਸੇ ਨਾਲ ਜੋੜਨ ਦੀ। ਅਗਰ ਮੈਂ ਇੱਕ ਥੋੜੀ ਜਿਹੀ ਕਲਿੱਪਿੰਗ ਸ਼ੇਅਰ ਕਰ ਰਹੀ ਹਾਂ, ਇਹ ਥੋੜੇ ਦੇਰ ਪਹਿਲਾਂ ਹੀ ਜਿਹੜੀ ਹੈ ਅਖਬਾਰਾਂ 'ਚ ਵੀ ਆਈ ਸੀ ਤੇ ਗੂਗਲ 'ਚ ਵੀ ਇਹਦਾ ਬੜਾ ਚਰਚਾ ਹੋਇਆ ਸੀ ਕਿ 7000 ਤੋਂ ਜ਼ਿਆਦਾ ਭਾਸ਼ਾਵਾਂ ਪੂਰੀ ਦੁਨੀਆ 'ਚ ਬੋਲੀਆਂ ਜਾ ਰਹੀਆਂ ਨੇ, ਲੇਕਿਨ ਅਸੀਂ ਇਹ ਜਾਣਦੇ ਹਾਂ ਕਿ 14 ਦਿਨਾਂ ਦੇ ਮਗਰੋਂ ਇੱਕ ਭਾਸ਼ਾ ਖਤਮ ਹੋ ਰਹੀ ਹੈ। ਔਰ ਇਹ ਕਾਰਨ ਇਹ ਹੈ ਕਿ ਅਸੀਂ ਕਹਿੰਦੇ ਨੇ ਕਿ ਜਿਹੜੀ ਘਰ ਵਿੱਚ ਹੈ ਨਾ ਮਾਤ ਭਾਸ਼ਾ ਨਹੀਂ ਬੋਲਦੇ, ਤੇ ਸਾਡੇ ਬੱਚੇ ਜਦੋਂ ਹੌਲੀ ਹੌਲੀ ਜਨਰੇਸ਼ਨ ਵਾਈਜ਼ ਉਹ ਭਾਸ਼ਾ ਖਤਮ ਹੁੰਦੀ ਜਾਂਦੀ ਹੈ। ਅੱਜ ਇਹ ਜ਼ਰੂਰਤ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਦੇ ਜੜ੍ਹਾਂ ਨਾਲ, ਉਹਨਾਂ ਦੇ ਗੌਰਵਮਈ ਵਿਰਸੇ ਨਾਲ ਜੋੜੀਏ। ਔਰ ਸਾਇੰਸ ਜਿਹੜੇ, ਕਿਉਂਕਿ ਮੈਡਮ ਜਿਹੜੇ ਸਾਡੇ ਚੀਫ ਗੈਸਟ ਨੇ ਵਰਮਿੰਦਰ ਕੌਰ ਜੀ, ਬੀਐਡ ਕਾਲਜ ਚ ਨੇ, ਸਾਈਕੋਲੋਜੀ ਚ ਕਹਿੰਦੇ ਨੇ ਕਿ ਜਿਹੜਾ ਇਨਸਾਨ ਦਾ ਦਿਮਾਗ ਹੈ ਉਹ ਜ਼ਿਆਦਾ ਵਿਕਾਸਸ਼ੀਲ ਰਹਿੰਦਾ ਹੈ। ਅਸੀਂ ਦੇਖਦੇ ਹਾਂ ਕਿ ਡਰਮੇਂਸ਼ੀਆ ਵਰਗੇ, ਐਲਜ਼ਮੇਰ ਡਿਜ਼ੀਜ਼ ਜਿਹੜੀ ਹੈ ਏਜਿੰਗ ਨਾਲ ਆ ਜਾਂਦੀ ਹੈ, ਬੰਦਾ ਭੁੱਲਣ ਲੱਗ ਜਾਂਦਾ ਹੈ। ਲੇਕਿਨ ਅਗਰ ਅਸੀਂ ਬਹੁਭਾਸ਼ੀ ਗਿਆਨ ਰੱਖਾਂਗੇ, ਅਸੀਂ 4 ਤੋਂ 5 ਭਾਸ਼ਾ ਈਜ਼ੀਲੀ ਸਿੱਖ ਸਕਦੇ ਹਾਂ। ਉਹਦੇ ਨਾਲ ਕੀ ਹੈ ਕਿ ਸਾਡੀ ਜਿਹੜੀ ਯਾਦ ਸ਼ਕਤੀ ਹੈ, ਸਾਡਾ ਜਿਹੜਾ ਮਾਨਸਿਕ ਵਿਕਾਸ ਹੈ, ਉਹਦੇ ਵਿੱਚ ਵੀ ਵਾਧਾ ਹੋਏਗਾ। ਹੁਣ ਜਿੱਥੇ ਮੈਂ ਇਹ ਗੱਲ ਕੀਤੀ, ਉੱਥੇ ਬਹੁਤ ਵੱਡਾ ਇੱਕ ਸੀ ਸਾਡੇ ਇੰਡੀਆ 'ਚ ਮੁਹਿੰਮ ਸ਼ੁਰੂ ਹੋਈ ਸੀ, ਲਿਟਰੇਸੀ ਮਿਸ਼ਨ, ਲਿਟਰੇਸੀ ਮੂਵਮੈਂਟ, ਟੀਚਰਸ ਮਸਟ ਬੀ ਅਵੇਅਰ, 1988 'ਚ ਹੋਈ ਸੀ। ਉਹਦੇ ਵਿੱਚ 3 ਆਰ ਪ੍ਰਿੰਸੀਪਲ ਗਏ ਸੀ, ਰੀਡਿੰਗ, ਰਾਈਟਿੰਗ ਐਂਡ ਅਰਥਮੈਟਿਕ। ਅਸੀਂ ਬਹੁਤ ਕਿਸਮਤ ਵਾਲੇ ਹਾਂ ਕਿ ਉਹ ਮੂਵਮੈਂਟ 'ਚ ਸਿਰਫ ਇੱਕ ਭਾਸ਼ਾ ਨੂੰ ਜ਼ਿਆਦਾ ਜ਼ੋਰ ਦਿੱਤਾ ਗਿਆ ਸੀ, ਜਿਹੜੀ ਕਿ ਸਾਡੀ ਮਦਰ ਲੈਂਗੁਏਜ ਸੀ, ਸਾਡੀ ਮਾਂ ਬੋਲੀ ਸੀ। ਬਟ ਅਸੀਂ ਲੱਕੀ ਹਾਂ ਕਿ ਅਸੀਂ ਇੱਥੇ ਜਿਹੜਾ ਹੁਣ ਹੈ ਕਾਇਦਾ ਨੂਰ ਦੇ ਜ਼ਰੀਏ ਇਹ 3R ਤਾਂ ਫੋਲੋ ਕਰ ਹੀ ਰਹੇ ਹਾਂ। ਉਹਦੇ ਨਾਲ ਜਿਹੜੀ ਲੈਂਗੁਏਜ ਦੇ ਹੋਰ ਸਕਿੱਲਸ ਨੇ, ਸਪੀਕਿੰਗ ਐਂਡ ਲਿਸਨਿੰਗ, ਉਹ ਵੀ ਸਾਡੇ ਇੰਪਰੂਵ ਹੋਣਗੇ। ਔਰ ਜਿਹੜਾ ਰੋਜ਼ ਦਾ ਹਿਸਾਬ ਕਿਤਾਬ ਹੈ, ਬੇਸਿਕ ਅਰਥਮੈਟਿਕ ਵੀ ਇਹਦੇ 'ਚ ਸ਼ਾਮਿਲ ਕੀਤਾ ਗਿਆ, ਜੋ ਕਿ ਸੋਨੇ ਤੇ ਸੁਹਾਗੇ ਦਾ ਕੰਮ ਕਰੇਗਾ।
ਇਸ ਤੋਂ ਬਿਨਾਂ ਸਾਖਰਤਾ ਮਿਸ਼ਨ ਨੂੰ ਹੋਰ ਮਜ਼ਬੂਤ ਤੇ ਪ੍ਰਭਾਵਸ਼ਾਲੀ ਬਣਾਉਣ 'ਚ ਵੀ ਇਹ ਬਹੁਤ ਵੱਡਾ ਯੋਗਦਾਨ ਦੇਗਾ, ਜਿਹਦੇ ਨਾਲ ਸਾਡੀ ਬੇਰੋਜ਼ਗਾਰੀ ਵੀ ਘਟੇਗੀ। ਫਿਰ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਹੈ, ਜਬ ਲਗ ਦੁਨੀਆ ਰਹੀਏ, ਨਾਨਕ ਕਿਛ ਸੁਣੀਏ ਕਿਛ ਕਹੀਏ। ਇਹਦੇ ਨਾਲ ਵੀ ਬਹੁਭਾਸ਼ੀ ਗਿਆਨ ਨਾਲ ਅਸੀਂ ਅੰਤਰਰਾਸ਼ਟਰੀ ਪੱਧਰ ਤੇ ਆਪਸ ਵਿੱਚ ਸੰਵਾਦ ਤਾਂ ਰਚਾਉਂਦੇ ਹਾਂ, ਵਿਚਾਰਾਂ ਦਾ ਆਦਾਨ ਪ੍ਰਦਾਨ ਤਾਂ ਅੱਜ ਵੀ ਅਸੀਂ ਕਰ ਰਹੇ ਹਾਂ, ਲੇਕਿਨ ਅਸੀਂ ਵਿਗਿਆਨਿਕ ਤਰੀਕਾ ਤੋਂ ਵੀ ਜਾਣੂ ਹੁੰਦੇ ਹਾਂ, ਸਾਡੀ ਸ਼ਬਦਾਵਲੀ ਵੀ ਵੱਧਦੀ ਹੈ ਤੇ ਸਾਡੇ ਵਿੱਚ ਜਿਹੜਾ ਹੈ ਵਿਸ਼ਵਾਸ ਵੀ ਵੱਧਦਾ ਹੈ, ਸਾਡਾ ਰਿਸ਼ਤਿਆਂ ਦਾ ਦਾਇਰਾ ਜਿਹੜਾ ਹੈ ਉਹ ਵੀ ਵਿਸ਼ਾਲ ਹੁੰਦਾ ਹੈ। ਘਰ ਘਰ ਕਾਇਦੇ ਨੂਰ ਨੂੰ ਪਹੁੰਚਾਓ, ਸਿੱਖਿਅਤ ਆਪਣਾ ਦੇਸ਼ ਬਣਾਓ। ਦਿਸ ਇਜ਼ ਦ ਨੀਡ ਆਫ ਦ ਟਾਈਮ, ਸਮੇਂ ਦੀ ਮੰਗ ਤੇ ਲੋੜ। ਮਹਾਰਾਜਾ ਰਣਜੀਤ ਸਿੰਘ ਜੀ ਨੇ ਕਾਇਦਾ ਨੂਰ ਨੂੰ ਲੈ ਕੇ ਆਏ ਸੀ, 4 ਭਾਸ਼ਾਵਾਂ ਦਾ ਉਹਦੇ ਵਿੱਚ ਵਿਗਿਆਨ ਸੀ, ਲੇਕਿਨ ਅੰਗਰੇਜ਼ਾਂ ਨੂੰ ਜਦੋਂ ਲੱਗਾ ਕਿ ਇਹ ਇੰਨਾ ਇਫੈਕਟਿਵ ਹੈ ਕਿ ਇਹ ਤਾਂ ਪੂਰਾ ਦੇਸ਼ ਹੀ ਸਾਖਰ ਹੋ ਰਿਹਾ ਹੈ, ਤਾਂ ਉਹਨਾਂ ਨੇ ਇਸ ਨੂੰ ਗਾਇਬ ਕਰਾ ਦਿੱਤਾ, ਇਹ ਖਤਮ ਹੋ ਗਿਆ। ਲੇਕਿਨ ਜਗਤ ਪੰਜਾਬੀ ਸਭਾ ਦੇ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਕਿ ਉਸੇ ਹੀ ਕਾਇਦੇ ਨੂਰ ਨੂੰ ਉਹਨਾਂ ਨੇ ਦੁਬਾਰਾ ਜਿਹੜਾ ਹੈ ਉਹ ਕੋਸ਼ਿਸ਼ ਸ਼ੁਰੂ ਕੀਤੀ, ਔਰ ਕਹਿੰਦੇ ਨੇ ਕੋਸ਼ਿਸ਼ ਨੂੰ ਕਾਮਯਾਬੀ ਤੱਕ ਬਣਾਉਣ ਲਈ, ਜਿਹੜਾ ਪਹੁੰਚਾਉਣ ਲਈ ਸਖਤ ਮਿਹਨਤ ਦੀ ਜ਼ਰੂਰਤ ਹੁੰਦੀ ਹੈ। ਜੇ ਅਸੀਂ ਸਿਖਰ ਤੇ ਜਾਣਾ ਹੈ ਤਾਂ ਸਾਨੂੰ ਇੱਕ ਪੌੜੀ ਦਰ ਪੌੜੀ ਚੜਨਾ ਪਏਗਾ। ਸੋ ਇਹਨਾਂ ਦੀ ਇਸ ਕੋਸ਼ਿਸ਼ ਨੂੰ ਤਾਂ ਹੀ ਜਿਹੜਾ ਹੈ ਉਹ ਕੋਸ਼ਿਸ਼ ਕਾਮਯਾਬ ਹੋਏਗੀ, ਕਾਮਯਾਬੀ ਉਹਨੂੰ ਮਿਲੇਗੀ, ਉਹ ਸਿਖਰ ਤੇ ਪਹੁੰਚੇਗੀ ਜੇ ਇਸ ਦੇ ਪ੍ਰਸਾਰ ਤੇ ਪ੍ਰਚਾਰ ਦਾ ਢੰਗ ਸਹੀ ਹੋਏਗਾ। ਹੁਣ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਨੀ ਆ, ਥੋੜੀ ਜਿਹੀ ਸਾਇੰਸ ਵਿਗਿਆਨ ਵੱਲ ਲੈ ਕੇ ਜਾਣਾ ਚਾਹਨੀ ਆ, ਕਿਉਂਕਿ ਮੈਂ ਵਿਗਿਆਨ, ਮੇਰੀ ਬੈਕ ਜਿਹੜੀ ਹੈ MSc ਦੀ ਹੈ। ਅਸੀਂ ਦੇਖਦੇ ਹਾਂ ਕਿ ਵਿਗਿਆਨ ਸਾਇੰਸ ਨੇ ਵੀ ਸਾਨੂੰ ਇਹ ਦੱਸਿਆ ਹੈ ਕਿ ਜਿਹੜਾ ਹੈ ਚੇਨ ਰਿਐਕਸ਼ਨ, ਚੇਨ ਮਤਲਬ ਇੱਕ ਲੜੀ ਜਿਹੜਾ ਹੈ ਇੱਕ ਐਟੋਮਿਕ ਬੰਬ ਬਣਾ ਸਕਦੀ ਹੈ। ਜਿਹੜਾ ਜਾਪਾਨ 'ਚ ਨਾਗਾਸਾਕੀ ਤੇ ਹੀਰੋਸ਼ੀਮਾ 'ਚ ਐਟੋਮਿਕ ਬੰਬ ਗਿਰੇ ਸੀ, ਉਹ ਚੇਨ ਰਿਐਕਸ਼ਨ ਦਾ ਨਤੀਜਾ ਸੀ। ਉਹ ਤਾਂ ਇੰਨਾ ਭਿਅੰਕਰ ਸੀ, ਬਟ ਅਸੀਂ ਇਸ ਨੂੰ ਪੋਜ਼ਿਟਿਵ ਵੇ ਨਾਲ ਲੈ ਕੇ ਜਾਣਾ ਹੈ। ਪੋਜ਼ਿਟਿਵ ਵੇਵ ਦਾ ਮਤਲਬ ਕਿ ਅਸੀਂ ਇਹ ਦੇਖਣਾ ਹੈ ਕਿ ਸਾਡਾ ਇਹ ਜਿਹੜਾ ਹੈ ਵਿਦਿਅਕ ਹਥਿਆਰ ਬਣੇ, ਔਰ ਇਹ ਲੜੀ ਹਰ ਘਰ ਘਰ ਪਹੁੰਚੇ, ਇਹ ਲੜੀ ਗਿਆਨ ਦਾ ਜੋ ਹੈ ਦੀਪਕ ਜਲਾਏ, ਅੰਧੇਰੇ ਨੂੰ ਦੂਰ ਕਰੇ। ਉਸ ਬੰਬ ਨੇ ਹਨੇਰਾ ਕੀਤਾ ਸੀ, ਅਸੀਂ ਇਸ ਨੂੰ ਪੋਜ਼ਿਟਿਵ ਲੈ ਕੇ ਇਸ ਲੜੀ ਨੂੰ ਅੱਗੇ ਲੈ ਜਾ ਕੇ ਚਾਨਣਾ ਕਰਨਾ ਹੈ। ਕਹਿੰਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ 5000 ਕਾਪੀਆਂ ਛਪਾਈਆਂ, ਜਿਵੇਂ ਕਿ ਮੈਨੂੰ ਹੁਣੇ ਉਹਨਾਂ ਨੇ ਕਥੂਰੀਆ ਸਾਹਿਬ ਜੀ ਨੇ ਵੀ ਇਹ ਗੱਲ ਦੱਸੀ ਹੈ ਕਿ 5000 ਕਾਪੀਆਂ ਉਹਨਾਂ ਨੇ ਸਭ ਤੋਂ ਪਹਿਲਾਂ ਲੰਬਰਦਾਰਾਂ ਨੂੰ ਦਿੱਤੀਆਂ। ਉਹਨਾਂ ਨੂੰ ਕਿਹਾ ਤੁਸੀਂ ਪੜੋ, ਪੇਪਰ ਦਿਓ ਤੇ 3 ਮਹੀਨਿਆਂ ਬਾਅਦ ਤੁਸੀਂ ਇਹ ਵੀ ਦੱਸਣਾ ਹੈ ਕਿ ਤੁਸੀਂ ਅੱਗੇ ਕਿਹਨੂੰ ਦੇ ਰਹੇ ਹੋ। ਸੋ ਇੱਕ ਲੜੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਦੇਖੋ ਹੁਣ ਇਹ ਇੱਕ ਡਾਇਗਰਾਮ ਹੈ, ਅਗਰ ਇਹਦੇ ਚ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ ਮੇਰੀ ਸਕਰੀਨ ਤੇ, ਸੈਂਟਰ ਚ ਮੀ ਹੈ, ਮਤਲਬ ਅਗਰ ਇਹ ਕਿਤਾਬ ਸਭ ਤੋਂ ਪਹਿਲਾਂ ਮੈਂ ਪੜ੍ਹਦੀ ਹਾਂ, ਮੈਂ ਤੁਹਾਨੂੰ ਉਹਦਾ ਪ੍ਰਸਾਰ ਕਰਕੇ ਦੱਸ ਰਹੀ ਹਾਂ ਕਿ ਇਹਦੇ ਵਿੱਚ 4 ਭਾਸ਼ਾਵਾਂ ਦਾ ਗਿਆਨ ਹੈ। ਅਸੀਂ ਇਹਨੂੰ ਸਿੱਖ ਕੇ ਅਸੀਂ ਚਾਰੋਂ ਸਕਿੱਲਸ, ਅਸੀਂ ਇੱਕ ਅਨਪੜ੍ਹ ਬੰਦਾ ਸਾਈਨ ਕਰ ਸਕਦਾ ਹੈ, ਬੋਲ ਸਕਦਾ ਹੈ, ਲਿਖ ਸਕਦਾ ਹੈ, ਆਪਣਾ ਰੋਜ਼ ਦਾ ਹਿਸਾਬ ਕਿਤਾਬ ਕਰ ਸਕਦਾ ਹੈ। ਉਹ ਤੁਸੀਂ ਇਸ ਨੂੰ ਹੋਰ 4 ਨੂੰ ਦੱਸਣਾ ਹੈ। ਏਦਾਂ ਹਰ ਜਿਹੜਾ ਮੇਰੇ ਸਰਕਲ ਦੇ ਬੰਦੇ ਅਗਰ ਉਹ 4 ਨੂੰ ਦੱਸਣਗੇ ਤਾਂ ਇੱਕ ਬਹੁਤ ਮਜ਼ਬੂਤ ਲੜੀ ਤਿਆਰ ਹੋ ਜਾਏਗੀ, ਜੋ ਕਿ ਇਸ ਨੂੰ ਕਾਇਦੇ ਨੂਰ 21ਵੀਂ ਸਦੀ ਨੂੰ ਉਹਦੀ ਕਾਮਯਾਬੀ, ਉਹਦੇ ਸਿਖਰ ਤੱਕ ਜ਼ਰੂਰ ਪਹੁੰਚਾਏਗੀ। ਹੁਣ ਕਿਉਂਕਿ ਅਸੀਂ ਇਹ ਕਿਹਾ ਜੇ ਲੜੀ ਬਣਾਣੀ ਹੈ, ਦਾ ਮਤਲਬ ਸਾਡਾ ਇਹ ਹੈ ਕਿ ਸਾਡਾ ਜਿਹੜਾ ਪਹਿਲਾ ਪ੍ਰਸਾਰ ਤੇ ਪ੍ਰਚਾਰ ਲਈ ਪਹਿਲਾ ਚੱਕਿਆ ਕਦਮ ਬਹੁਤ ਮਜ਼ਬੂਤ ਹੋਣਾ ਚਾਹੀਦਾ ਹੈ, ਔਰ ਉਹ ਕਦਮ ਹੋਏਗਾ ਸਭ ਤੋਂ ਪਹਿਲਾਂ ਚੇਨ ਸਿਸਟਮ ਬਣਾਉਣਾ। ਚੇਨ ਸਿਸਟਮ ਜਦੋਂ ਬਣ ਜਾਏਗਾ ਉਹ ਕਾਮਯਾਬ ਹੋ ਜਾਏਗਾ। ਹੁਣ ਦੂਸਰਾ ਇਹਦਾ ਕਦਮ ਹੈ, ਜਿੱਦਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਰਸਾਏ ਰਾਹ ਤੇ ਚੱਲ ਕੇ ਕਾਇਦਾ ਨੂਰ 21ਵੀਂ ਸਦੀ ਤਿਆਰ ਹੋਇਆ, ਉਹਨਾਂ ਨੇ ਪਿੰਡਾਂ ਦੇ ਲੰਬਰਦਾਰਾਂ ਨੂੰ ਦਿੱਤਾ। ਸਾਨੂੰ ਵੀ ਪਤਾ ਹੈ ਕਿ ਸਕੂਲਾਂ 'ਚ ਬੱਚੇ ਐਜੂਕੇਸ਼ਨ ਲੈ ਰਹੇ ਨੇ, ਸ਼ਹਿਰਾਂ 'ਚ ਐਜੂਕੇਸ਼ਨ ਮਿਲ ਰਹੀ ਹੈ, ਲੇਕਿਨ ਸਾਡੀ ਜ਼ਰੂਰਤ ਹੈ ਕਾਇਦੇ ਨੂਰ ਨੂੰ ਹਰ ਪਿੰਡਾਂ ਦੀ ਪੰਚਾਇਤਾਂ ਤੱਕ, ਸੱਥਾਂ ਤੱਕ ਪਹੁੰਚਾਉਣ ਦੀ, ਤਾਂ ਕਿ ਅਸੀਂ ਇੱਕ ਬੇਸਿਕ ਜੋ ਹੈ ਇੱਕ ਨਾਗਰਿਕ ਨੂੰ ਇਸ ਦਾ ਗਿਆਨ ਦੇ ਸਕੀਏ, ਇਸ ਦੀ ਮਹੱਤਤਾ ਬਾਰੇ ਸਮਝਾ ਸਕੀਏ, ਔਰ ਉਸ ਦਾ ਪ੍ਰਚਾਰ ਜਿਹੜਾ ਹੈ ਉਹ ਹਰ ਘਰ ਤੱਕ ਕਰੀਏ। ਦੂਸਰੀ ਕੋਸ਼ਿਸ਼ ਹੁਣ ਇਹਦੀ ਹੈ, ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ NBT, that is ਨੈਸ਼ਨਲ ਬੁੱਕ ਟਰਸਟ ਦਿੱਲੀ, ਬਹੁਤ ਹੀ
ਇੱਕ ਨਾਮ ਹੈ ਪ੍ਰਕਾਸ਼ਨ ਦੇ ਖੇਤਰ ਵਿੱਚ, ਜਿਹੜਾ ਕਿ ਦੇਸ਼ ਦੇ ਕੋਨੇ-ਕੋਨੇ ਤੇ ਜਿਹੜਾ ਪੁਸਤਕ ਮੇਲੇ ਲਗਾਉਂਦਾ ਹੈ ਤੇ ਵੱਡੀ ਗਿਣਤੀ 'ਚ ਪੁਸਤਕਾਂ ਦੀ ਜਿਹੜੀ ਹੈ ਵਿਕਰੀ ਲਈ ਜਾਣਿਆ ਜਾਂਦਾ ਹੈ। ਇਸ ਲਈ ਮੈਂ ਇਹ ਜ਼ਰੂਰ ਰਿਕੁਐਸਟ ਕਰਾਂਗੀ ਕਿ ਕਾਇਦੇ ਨੂਰ 21ਵੀਂ ਸਦੀ ਦੇ ਪ੍ਰਕਾਸ਼ਕ ਨੂੰ ਵੀ ਚਾਹੀਦਾ ਹੈ ਕਿ ਉਹ ਇਹਨਾਂ ਅਨਮੋਲ ਕਾਇਦਿਆਂ ਨੂੰ ਵੱਧ ਤੋਂ ਵੱਧ ਪੁਸਤਕ ਮੇਲਿਆਂ ਦਾ ਸ਼ਿੰਗਾਰ ਬਣਾਏ। ਪੁਸਤਕ ਮੇਲੇ ਵੀ ਕਾਇਦਾ-ਏ-ਨੂਰ ਦੀ ਮਸ਼ਹੂਰੀ ਵਿੱਚ ਇੱਕ ਬਹੁਤ ਵੱਡੀ ਭੂਮਿਕਾ ਜੋ ਹੈ ਉਹ ਅਦਾ ਕਰਨਗੇ। ਹੁਣ ਇਸ ਤੋਂ ਬਿਨਾਂ ਜੋ ਹੈ ਕਾਇਦੇ-ਨੂਰ, ਅਸੀਂ ਜਾਣਦੇ ਹਾਂ ਕਿ ਜਿਹੜਾ ਸਾਡਾ ਅੱਜ ਕੱਲ ਜਿਹੜਾ ਦੂਰ ਸੰਚਾਰ ਦਾ ਸਾਧਨ ਸਭ ਤੋਂ ਵੱਧ ਹੈ, ਅੱਜ ਜਿਹੜਾ ਹੈ ਦੁਨੀਆ ਹਰ ਕੋਈ, ਅੱਜ ਅਸੀਂ ਸੋਸ਼ਲ ਪਲੇਟਫਾਰਮ ਤੇ ਮਿਲੇ ਹਾਂ, ਰਾਈਟ। ਉਹ ਚਾਹੇ ਇੱਕ ਸਾਡਾ ਜਿਹੜਾ ਹੈ ਟੀਵੀ ਹੋਵੇ, ਰੇਡੀਓ ਹੋਵੇ, ਚਾਹੇ ਉਹ ਸਾਡਾ ਲਿਖਿਤ ਜਿਹੜਾ ਸੰਚਾਰ ਦਾ ਸਾਧਨ ਅਖਬਾਰਾਂ ਰਸਾਲੇ ਹੋਣ, ਜਾਂ ਉਹ ਸੋਸ਼ਲ ਪਲੇਟਫਾਰਮ ਹੋਵੇ, ਫੇਸਬੁੱਕ ਹੋਵੇ, ਕੋਈ ਉਹਦੇ ਤੇ ਜਿਹੜਾ ਹੈ ਇਹਦੀ ਪ੍ਰਸਾਰ ਉਹ ਬਹੁਤ ਜ਼ਰੂਰੀ ਹੈ। ਸਭ ਤੋਂ ਵੱਧ ਅਸੀਂ ਇੰਸਟਾਗ੍ਰਾਮ, ਫੇਸਬੁੱਕ ਦੇ ਫੋਲੋਅਰਸ ਲੋਕ ਬਹੁਤ ਨੇ, ਸਾਨੂੰ ਜ਼ਰੂਰਤ ਹੈ ਕਾਇਦੇ-ਨੂਰ ਦੇ ਪ੍ਰਸਾਰ ਲਈ ਫੇਸਬੁੱਕ ਪੇਜ ਬਣਾਉਣ ਦੀ, ਤਾਂ ਕਿ ਇਸ ਦੇ ਮਹੱਤਵ ਨੂੰ ਅਸੀਂ ਜਿਹੜਾ ਲੱਖਾਂ ਕਰੋੜਾਂ ਲੋਕਾਂ ਤੱਕ ਪਹੁੰਚਾ ਸਕੀਏ। ਅਖਬਾਰਾਂ ਤੇ ਰਸਾਲਿਆਂ ਵਿੱਚ ਇਸ ਦੇ ਸੰਬੰਧੀ ਆਰਟੀਕਲ, ਕਵਿਤਾਵਾਂ ਤੇ ਗੀਤਾਂ ਰਾਹੀਂ ਇਸ ਨੂੰ ਜਿਹੜੀ ਇਸ ਦੇ ਪ੍ਰਸਾਰ ਨੂੰ ਚਾਰ ਚੰਦ ਲਗਾ ਸਕੀਏ। ਫਿਰ ਜਿਵੇਂ ਕਿ ਅਸੀਂ ਕਮੇਟੀਆਂ ਬਣਾ ਰਹੇ ਹਾਂ, ਉਹ ਵੀ ਜ਼ਰੂਰਤ ਹੈ ਹਰ ਪਹਿਲਾ ਪਿੰਡ, ਦੈਨ ਤਹਿਸੀਲ, ਕਸਬੇ, ਸ਼ਹਿਰ ਤੇ ਜ਼ਿਲ੍ਹੇ ਲੈਵਲ ਤੇ ਦੀਆਂ ਕਮੇਟੀਆਂ ਬਣਨ ਤੇ ਇਹਦੇ ਸਨੇਹ ਨੂੰ ਜਿਹੜਾ ਘਰ ਘਰ ਪਹੁੰਚਾਇਆ ਜਾਏ। ਸਿੱਖਿਅਤ ਵਰਗ ਜਿਹੜਾ ਹੈ, ਅਧਿਆਪਕ, ਚਾਹੇ ਉਹ ਕੋਈ ਸਕੂਲ ਦਾ ਅਧਿਆਪਕ ਹੈ, ਕਾਲਜ ਦਾ ਅਧਿਆਪਕ ਹੈ, ਉਹ ਕਾਇਦੇ-ਨੂਰ ਦੇ ਨਾਲ ਸੰਬੰਧਿਤ ਵੱਖ-ਵੱਖ ਮੁਕਾਬਲੇ ਕਰਾਉਣ, ਚਾਹੇ ਉਹ ਭਾਸ਼ਣ ਪ੍ਰਯੋਗਿਤਾ ਹੈ, ਸਲੋਗਨ ਰਾਈਟਿੰਗ ਹੈ, ਕੁਝ ਵੀ ਹੈ, ਉਹਦੇ ਨਾਲ ਕੀ ਹੈ, ਬੱਚਿਆਂ ਨੂੰ ਉਹਦੀ ਮਹੱਤਤਾ ਬਾਰੇ ਦੱਸਿਆ ਜਾਏ। ਬਹੁਭਾਸ਼ੀ ਗਿਆਨ ਕੀ ਹੁੰਦਾ ਹੈ ਉਹਨਾਂ ਬਾਰੇ ਉਹਨਾਂ ਨੂੰ ਫੈਮਿਲੀਅਰ ਕਰਵਾਇਆ ਜਾਏ। ਤੇ ਸਾਨੂੰ ਇਸ ਲਈ ਜ਼ਰੂਰਤ ਹੈ ਹੋਰ ਕਾਮਯਾਬ ਬਣਾਉਣ ਲਈ ਵੱਧ ਤੋਂ ਵੱਧ ਨੌਜਵਾਨ ਵਰਗ ਦੀ ਤੇ ਤਜਰਬੇ ਵਾਲੇ ਵਿਅਕਤੀਆਂ ਨੂੰ ਆਪਣੇ ਨਾਲ ਜੋੜਨ ਦੀ। ਸੋ ਇੱਥੇ ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹਾਂਗੀ, ਜਿਵੇਂ ਕਿ ਅਸੀਂ ਬਹੁਤ ਫੈਮਿਲੀਅਰ ਇਸ ਚੀਜ਼ ਤੋਂ। ਜਦੋਂ ਮੈਂ ਚੇਨ ਦੀ ਗੱਲ ਕਰ ਰਹੀ ਸੀ ਤਾਂ ਅਸੀਂ ਸਭ ਨੂੰ ਐਮਬੇ ਬਿਜ਼ਨਸ ਪਤਾ, ਐਮਬੇ ਹੈ, ਬਹੁਤ ਸਾਰੇ ਆਈਸੀ, ਓਰੀਫਲੇਮ, ਐਵਨ, ਮੋਦੀ ਕੇਅਰ, ਇਹ ਸਾਰੇ ਜਿਹੜੇ ਨੇ ਇਹ ਮਲਟੀ ਲੈਵਲ ਚੇਨ ਦੇ ਨੇ। ਮਤਲਬ ਇਹ ਕਿੱਦਾਂ ਬਿਜ਼ਨਸ ਸਕਸੈਸਫੁਲ ਹੋਏ ਪੂਰੀ ਦੁਨੀਆ 'ਚ, ਸਿਰਫ ਔਰ ਸਿਰਫ ਚੇਨ ਬਣਾਈ ਗਈ। ਲੋਕੀ ਬ੍ਰੋਸ਼ਰ ਲੈ ਕੇ ਘਰ ਸਮਝਾਉਂਦੇ ਸੀ ਉਹਨਾਂ ਨੂੰ, ਤੁਹਾਨੂੰ ਇੰਨਾ ਆ ਹੋਏਗਾ, ਇਹਦਾ ਆ ਫਾਇਦਾ ਹੋਏਗਾ, ਉਹ ਲੋਕੀ ਉਹ ਪ੍ਰੋਡਕਟਸ ਲੈਣ ਲੱਗ ਗਏ। ਸੋ ਇਸ ਬਿਜ਼ਨਸ, ਜਿਵੇਂ ਇੱਕ ਬਿਜ਼ਨਸ ਨੂੰ ਉਹਨਾਂ ਨੇ ਆਪਣਾ ਬਣਾਇਆ, ਸਾਡੀ ਕੀ ਕੋਸ਼ਿਸ਼ ਹੈ, ਅਸੀਂ ਗਿਆਨ ਫੈਲਾਣਾ ਹੈ। ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ, ਹਰ ਵਿਅਕਤੀ ਘੱਟੋ ਘੱਟ ਉਹ ਸਾਈਨ ਕਰ ਸਕੇ, ਉਹ ਬੋਲ ਸਕੇ, ਉਹਨੂੰ ਆਪਣੀ ਮਾਂ ਬੋਲੀ ਦਾ ਗਿਆਨ ਹੋ ਸਕੇ, ਉਹਦਾ ਬੱਚਾ ਆਪਣੇ ਵਿਰਸੇ ਤੇ ਸੱਭਿਆਚਾਰ ਨਾਲ ਜੁੜਿਆ ਰਹੇ। ਇਸ ਲਈ ਜ਼ਰੂਰਤ ਹੈ ਅਸੀਂ ਇਸ ਨੂੰ ਉਸੇ ਤਰ੍ਹਾਂ ਜਿਹੜਾ ਹੈ ਪ੍ਰਫੁੱਲਿਤ ਕਰੀਏ, ਉਸੇ ਤਰ੍ਹਾਂ ਇਹਦੀ ਕਮੇਟੀ ਬਣਾ ਕੇ ਇਹਦੇ ਸਨੇਹ ਘਰ ਘਰ ਪਹੁੰਚਾਏ ਜਾਣ ਜਿਹੜਾ ਹੈ। ਉਸ ਤੋਂ ਬਿਨਾਂ ਦੇਖੋ, ਜਿਵੇਂ ਹੁਣ ਇੱਕ ਜਗਤ ਪੰਜਾਬੀ ਸਭਾ ਦਾ ਹੀ ਹੈ, ਲੇਕਿਨ ਇਹ ਸਰਕੂਲੇਟ ਹੋਇਆ WhatsApp ਗਰੁੱਪਸ ਤੇ, ਫੇਸਬੁੱਕ ਤੇ। ਸੋ ਇਸ ਤਰ੍ਹਾਂ ਦਾ ਪ੍ਰਚਾਰ ਕਾਇਦੇ-ਨੂਰ ਦਾ ਵੀ ਕੀਤਾ ਜਾਵੇ ਜ਼ਿਆਦਾ ਤੋਂ ਜ਼ਿਆਦਾ। ਜੇ ਚਾਹੁੰਦੇ ਹੋ ਵਿਦਿਆ ਦਾ ਉੱਚਾ ਮੀਨਾਰ, ਤਾਂ ਕਰਨਾ ਪਏਗਾ ਕਾਇਦੇ-ਨੂਰ ਦਾ ਪ੍ਰਸਾਰ ਤੇ ਪ੍ਰਚਾਰ। ਜੇ ਚਾਹੁੰਦੇ ਹੋ ਉੱਚਾ ਰੁਤਬਾ ਪਾਉਣਾ, ਤਾਂ ਕਾਇਦੇ-ਨੂਰ ਨੂੰ ਪਏਗਾ ਪੜ੍ਹਨਾ ਤੇ ਪੜਾਉਣਾ। ਆਓ ਕਾਇਦੇ-ਨੂਰ ਦੇ ਪ੍ਰਸਾਰ ਲਈ ਮਿਲ ਕੇ ਇੱਕ ਲੜੀ ਬਣਾਈਏ, ਇਸ ਨੂੰ ਖੁਦ ਵੀ ਪੜ੍ਹੀਏ ਤੇ ਹੋਰਾਂ ਨੂੰ ਵੀ ਪੜ੍ਹਾਈਏ। ਧੰਨਵਾਦ ਜੀ ਮੈਨੂੰ ਸਮਾਂ ਦੇਣ ਲਈ। ਇਹ ਇੱਕ ਲਾਸਟ ਸਲਾਈਡ ਹੈ। ਇੱਕ ਬੰਦਾ ਸੀੜੀ ਚੜ ਕੇ ਉੱਤੇ ਜਾ ਰਿਹਾ ਹੈ। ਪਹਿਲਾ ਆਈਡੀਆ ਦਿਮਾਗ 'ਚ ਸਾਡੇ ਆਈਡੀਆ ਜਿਵੇਂ ਆਇਆ ਚੱਠਾ ਸਾਹਿਬ ਜੀ ਦੇ ਕਿ ਅਸੀਂ ਕਾਇਦੇ-ਨੂਰ ਲਿਆ ਕੇ ਲੋਕਾਂ ਨੂੰ ਇਸ ਦਾ ਗਿਆਨ ਦੇਣਾ ਹੈ। ਫਿਰ ਸਟ੍ਰੈਟਜੀ ਬਣਾਈ ਗਈ ਤਾਂ ਉਹ ਹੱਦ ਤੱਕ ਪਹੁੰਚ ਗਿਆ। ਫਿਰ ਜਦੋਂ ਬੁਲੰਦੀਆਂ ਤੇ ਕਾਇਦੇ-ਨੂਰ ਉਦੋਂ ਪਹੁੰਚੇਗਾ ਜਦੋਂ ਇਸ ਸਟ੍ਰੈਟਜੀ ਨੂੰ ਅਸੀਂ ਸਾਰੇ ਮਿਲ ਕੇ ਇੰਪਲੀਮੈਂਟ ਕਰਾਂਗੇ।
ਤਾਂ ਇਹ ਜਿਹੜਾ ਹੈ ਸਾਡਾ ਕਾਇਦੇ ਨੂਰ ਜ਼ਰੂਰ ਬੁਲੰਦੀਆਂ ਨੂੰ ਛੂਏਗਾ, ਕਾਮਯਾਬੀ ਪ੍ਰਾਪਤ ਕਰੇਗਾ ਤੇ ਹਰ ਘਰ ਤੱਕ ਇਹ ਪਹੁੰਚੇਗਾ। ਥੈਂਕ ਯੂ ਸੋ ਮਚ, ਧੰਨਵਾਦ ਮੈਨੂੰ ਟਾਈਮ ਦੇਣ ਲਈ। बहुत बहुत शुक्रिया अंजू अमनदीप ग्रोवर मैम, और बहुत ही वधिया प्रेजेंटेशन, बहुत ही वधिया तरीके दे नाल तुसी इहदे प्रसार दे बारे च अपने विचार रखे, बड़ी साइंटिफिकली दसे और बड़ा मोटिवेशनल आइडियाज ने, और ਇਹ ਆਈਡੀਆਜ਼ ਨੇ ਜਿਨ੍ਹਾਂ ਨੂੰ ਕਿ ਅਸੀਂ ਪ੍ਰੈਕਟੀਕਲੀ ਕਰ ਸਕਦੇ ਹਾਂ ਸਾਰੇ ਦੇ ਸਾਰੇ। ਤੋਂ ਅਸੀਂ ਕਿਹਾ ਇੱਕ ਗੱਲ ਕਹੀ ਕਿ ਹਾਂ ਜਿਹੜਾ ਆਈਡੀਆ ਇੱਕ ਸੀੜੀ ਦੇ ਤਰੀਕੇ ਦੇ ਨਾਲ ਉਹ ਆਈਡੀਆ ਸ਼ੁਰੂ ਹੋ ਚੁੱਕੀ ਹੈ, ਤੇ ਅਸੀਂ ਸਾਰੇ ਸਟੈਪ ਬਾਈ ਸਟੈਪ ਡੈਫੀਨਿਟਲੀ ਉਸ ਗੋਲ ਨੂੰ ਪ੍ਰਾਪਤ ਕਰ ਲਾਂਗੇ ਜਿਸ ਗੋਲ ਨੂੰ ਸੋਚ ਕੇ ਇਹ ਆਈਡੀਆ ਜਿਹੜਾ ਉਹ ਡਿਵੈਲਪ ਕੀਤਾ ਗਿਆ ਸੀ। ਥੈਂਕ ਯੂ ਸੋ ਮਚ ਵਨਸ ਅਗੇਨ।